ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਦਾ ਸਾਹਿਬ ਵੈਲਕਮ ਜੀ ਆਇਆਂ ਨੂੰ ਸਵਾਗਤ ਸਤਿ ਸ੍ਰੀ ਅਕਾਲ। सत श्री अकाल चावला साहब, सत श्री अकाल सब दर्शकों सारे श्रोतिਆਂ ਨੂੰ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਸਤਿ श्री अकाल। ਸਾਡੀ ਸਾਰੀ ਟੀਮ ਇੰਟਾਇਰ ਟੀਮ ਇਸ ਦੀ ਵਧਾਈ ਦੀ ਪਾਤਰ ਹੈ। ਇਹ ਮੰਜ਼ਿਲ ਜਿਹੜੀ ਅਸੀਂ ਤੈਅ ਕੀਤੀ ਹੈ ਕੋਈ ਮੇਰੇ ਇਕੱਲੇ ਦੀ ਨਹੀਂ ਹੈ, ਸਾਡੇ ਸਾਰੇ ਪਹਿਲਾਂ ਤਾਂ ਸਰੋਤਿਆਂ ਦੇ ਸਿਰ ਤੇ ਸਿਰ ਹੈ ਤੇ ਫਿਰ ਸਾਡੀ ਟੀਮ ਦੇ ਜੋ ਅਸੀਂ ਮਾੜੀ ਮੋਟੀ ਮਿਹਨਤ ਕਰਦੇ ਹਾਂ, ਉਦੋਂ ਬਾਅਦ ਸਾਡੇ ਵਪਾਰੀ ਸੱਜਣ ਜੋ ਇਸ ਦੀਵੇ ਦੇ ਵਿੱਚ ਤੇਲ ਪਾਉਂਦੇ ਨੇ, ਵੱਟੀ ਅਸੀਂ ਹਾਂ, ਦੀਵਾ ਸਾਡੇ ਚਾਰ ਚਫੇਰੇ ਜਿਹੜੇ ਸਾਡੇ ਦਰਸ਼ਕ ਤੇ ਸਰੋਤੇ ਨੇ ਉਹ ਹੈ, ਲੋ ਜਗਦੀ ਰਵੇ, ਬਸ ਇਹੀ ਹੈ। ਹਾਂਜੀ ਅੰਜੂ ਜੀ ਪੂਰੀ ਤਿਆਰੀ ਦੇ ਵਿੱਚ ਨੇ ਜੀ, ਪੂਰੇ ਸਵਾਲ ਤਿੱਖੇ ਲੈ ਕੇ ਆਏ ਨੇ ਤੁਹਾਡੇ ਲਈ, ਉਸ ਦਾ ਤੁਹਾਡੇ ਕੋਲ ਜਵਾਬ ਵੀ ਨਾ ਹੋਣ। ਸਭ ਨੂੰ ਵਾਧੂ ਅਧਿਕਾਰਾਂ ਦਾ ਮਾਮਲਾ ਕੈਪਟਨ ਅਮਰਿੰਦਰ ਹੋਣਾ ਨੇ ਆਪਣੀ ਪਾਰਟੀ ਦੇ ਆਗੂ ਰਣਦੀਪ ਸੂਰਜੇਵਾਲੇ ਨੂੰ ਘੇਰਿਆ, ਪਰੰਤੂ ਉਸ ਤੋਂ ਪਹਿਲਾਂ ਇੱਕ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਹਜੇ, ਕਿਉਂਕਿ ਤੁਸੀਂ ਇੰਡੀਆ ਦੇ ਵਿੱਚੋਂ ਤੇ ਅਸੀਂ ਵੇਖ ਰਹੇ ਹਾਂ ਸੋਸ਼ਲ ਨੈਟਵਰਕ ਮੀਡੀਆ 'ਤੇ ਬਹੁਤ ਸਾਰੀਆਂ ਸ਼ਖਸੀਅਤਾਂ, ਮਾਨਯੋਗ ਪ੍ਰਧਾਨ ਮੰਤਰੀ ਸਾਬਕਾ ਸਰਦਾਰ ਮਨਮੋਹਨ ਸਿੰਘ, ਵਿਸ਼ਵ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ, ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰ ਦਿੱਤੇ, ਬੜੇ ਕਾਲੇ ਨੇ। ਪਰ ਉੱਥੋਂ ਇੰਡੀਆ ਤੋਂ ਇਹ ਖਬਰ ਆ ਰਹੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਸਾਹਿਬ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕੀਤੀ ਹੈ, ਦੁਆ ਕੀਤੀ ਹੈ, ਔਰ ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਇਹਦੇ ਬੜੇ ਪਹਿਲੂ ਨੇ ਇਸ ਖਬਰ ਨੂੰ ਲੈ ਕੇ, ਜੇ ਵੇਖਿਆ ਜਾਵੇ ਕਾਂਗਰਸ ਘੇਰੇ ਜਾਵੇਗੀ ਕਿ ਤੁਸੀਂ ਜੇ ਆਖਰੀ ਸਵਾਸ ਮੰਨ ਲਓ, ਫੋਰ ਐਗਜ਼ਾਮਪਲ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਲੈ ਲਏ ਨੇ, ਤੇ ਤੁਸੀਂ ਲੁਕੋਇਆ ਕਿਉਂ, ਇੰਨੇ ਘੰਟੇ ਬਾਅਦ ਲੇਟ ਖਬਰ ਕਿਉਂ ਬ੍ਰੌਡਕਾਸਟ ਕੀਤੀ, ਤੇ ਰਾਜਨੀਤੀ ਹੋਵੇਗੀ, ਜਵਾਬ ਨਹੀਂ ਹੋਵੇਗਾ। ਕਾਂਗਰਸ ਹਾਈ ਕਮਾਂਡ ਘੇਰੇ ਜਾਵੇਗੀ, ਹਸਪੀਟਲ ਘੇਰੇ ਜਾਵੇਗਾ, ਕਿਉਂਕਿ ਹਸਪੀਟਲ ਵਾਲਿਆਂ ਨੂੰ ਵੀ ਡਿਕਲੇਅਰ ਕਰਨਾ ਪਊਗਾ ਕਿ ਇਹ ਪ੍ਰਧਾਨ ਮੰਤਰੀ ਨੋ ਮੋਰ, ਕਿੰਨੇ ਵਜੇ ਉਹਨਾਂ ਦੀ ਡੈਥ ਹੋਈ, ਬੜਾ ਕੁਝ ਚਰਚਾ ਜਾਵੇਗਾ। ਪਰ ਕਾਂਗਰਸ ਕਿਉਂ ਹਾਈਡ ਕਰ ਰਹੀ, ਇਹਦੇ 'ਚ ਚਰਚਾ ਜਾਵੇਗੀ। ਪਰ ਜੇ ਆਫੀਸ਼ੀਅਲ ਤੌਰ 'ਤੇ ਇੰਡੀਆ ਗਵਰਨਮੈਂਟ ਨੂੰ ਵੀ ਪਤਾ ਲੱਗ ਗਿਆ ਕਿ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨਹੀਂ ਰਹੇ, ਫੋਰ ਐਗਜ਼ਾਮਪਲ ਮੈਂ ਕਹਿ ਰਿਹਾ, ਤਾਂ ਉਹ ਵੀ ਘੇਰੇ ਚਾਉਣਗੇ ਕਿ ਕਿਉਂ ਰੱਖਿਆ ਜਾ ਰਿਹਾ ਜੀ। ਓਲਾ ਅਜੇ ਤੱਕ ਉਹ ਜੇਰੇ ਇਲਾਜ ਨੇ। ਇੱਕ ਤਸਵੀਰ ਆ ਗਈ ਆ ਉਹਨਾਂ ਦੀ ਹਸਪੀਟਲ ਦੇ ਵਿੱਚ ਲੰਮੇ ਪਿਆਂ ਦੀ, ਡਾਕਟਰ ਸਾਹਿਬ ਲਾਗੇ ਖਲੋਤੇ ਨੇ, ਬਸ ਉਸ ਨੂੰ ਬਣਾ ਕੇ ਕਿਸੇ ਨੇ ਪਾ ਦਿੱਤੀ ਹੈ। ਉਹ ਅਜੇ ਤੱਕ ਤਾਂ ਇਹ ਰਿਊਮਰ ਜਿਹਾ ਜਾਪਦਾ। ਜਿਹੜੀ ਖਬਰ ਅਸੀਂ ਵੀ ਸਾਂਝੀ ਕਰਨੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜਾ ਹੈ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕੀਤੀ ਹੈ, ਦੁਆ ਕੀਤੀ ਹੈ। ਕੋਈ ਹੈ ਖਬਰ ਇਹੋ ਜੀ ਸੋਸ਼ਲ ਨੈਟਵਰਕ ਮੀਡੀਆ ਤੇ ਵੱਡੇ ਵੱਡੇ ਮਤਲਬ ਅਜੇ ਤੱਕ ਚਾਵਲਾ ਸਾਹਿਬ ਇਹ ਹੀ ਹੈ ਵੀ ਆਪਣਾ ਉਹ ਡਾਕਟਰ ਮਨਮੋਹਨ ਸਿੰਘ ਤੰਦਰੁਸਤ ਹੈਗੇ ਆ, ਠੀਕ ਨੇ, ਪਰ ਹਾਂ ਬਿਮਾਰ ਹੈਗੇ ਨੇ, ਪਏ ਨੇ ਬੈੱਡ ਤੇ, ਥੋੜੀ ਜਿਹੀ ਕਮਜ਼ੋਰੀ ਉਹਨਾਂ ਨੂੰ ਆਈ ਆ, ਥੋੜੀ ਜਿਹੀ ਕਾਫੀ ਕਮਜ਼ੋਰੀ ਆਈ ਆ ਉਹਨਾਂ ਨੂੰ। ਤੇ ਇਹੀ ਖਬਰ ਅਜੇ ਤੱਕ ਮਰ ਕੇ। ਇਹ ਗੱਲ ਤੁਹਾਡੀ ਗੱਲ ਸਹੀ ਹੈ ਕਿ ਰਿਊਮਰਸ ਕਾਫੀਆਂ ਨੇ, ਰਿਊਮਰਸ ਆ ਰਹੀਆਂ ਨੇ ਕਿ ਉਹਨਾਂ ਦਾ ਉਹ ਚਲੇ ਗਏ ਨੇ ਉਹ ਸਾਡੇ ਜਗ੍ਹਾ ਨੂੰ, ਪਰ ਅਜੇ ਤੱਕ ਨਾ ਐਡੀ ਕੋਈ, ਦੇਖੋ ਜਿਹੜਾ ਮੇਨ ਸਟ੍ਰੀਮ ਮੀਡੀਆ ਹੁੰਦਾ ਨਾ, ਆਪਾਂ ਉਹਦੀ ਗੱਲ ਖਾਸ ਕਰਕੇ ਸੁਣਦੇ ਹੁੰਦੇ, ਜਾਂ ਫਿਰ ਕੋਈ ਖਾਸ ਜਿਹੜਾ ਕਿ ਸੋਸ਼ਲ ਮੀਡੀਆ ਤੋਂ ਖਾਸ ਕੋਈ ਨੇੜੇ ਹੋਵੇ ਬੰਦਾ, ਡਾਕਟਰ ਮਨਮੋਹਨ ਸਿੰਘ ਡਾਕਟਰ ਪੁਸ਼ਟੀ ਕਰੇ ਜਾਂ ਕੋਈ ਕਰੇ, ਏਦਾਂ ਹੁੰਦਾ। ਕਾਂਗਰਸ ਨੂੰ ਜਾਂ ਡਾਕਟਰਾਂ ਨੂੰ ਇਹਦੀ ਮੌਤ ਨੂੰ ਛੁਪਾਉਣ ਵਾਸਤੇ ਕੋਈ ਲਾਭ ਨਹੀਂ ਹੈਗਾ। ਹਾਂ, ਸਭ ਤੋਂ ਵੱਡਾ ਸਵਾਲ ਹੈ, ਸਭ ਤੋਂ ਵੱਡਾ ਸਵਾਲ ਹੈ। ਤੁਹਾਨੂੰ ਸ਼ਾਇਦ ਯਾਦ ਹੋਊਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਧਰਮ ਪਤਨੀ ਮਤਲਬ ਬਾਹਰਲੇ ਅਮਰੀਕਾ ਦੇ ਵਿੱਚ ਸਨ ਜਦੋਂ ਉਹ ਬਿਮਾਰ ਸਨ। ਹਾਂਜੀ, ਉਧਰੋਂ ਚੋਣਾਂ ਆਉਣ ਵਾਲੀਆਂ ਸੀ, ਉਧਰੋਂ ਇਹੋ ਜਿਹੀਆਂ ਰਿਊਮਰਸ ਉੱਡ ਰਹੀਆਂ ਸੀ। ਸੋਸ਼ਲ ਨੈਟਵਰਕ ਮੀਡੀਆ ਇੰਨਾ ਨਹੀਂ ਸੀ ਉਦੋਂ, ਆ ਤਾਂ ਕੋਵਿਡ-19 ਨੇ ਘਰ ਘਰ ਹੀ ਮਤਲਬ ਸਟਾਰ ਬਣਾ ਛੱਡੇ ਨੇ। ਉਹ ਮਤਲਬ ਹਰ ਕੋਈ ਕਹਿੰਦਾ ਕਿ ਮੈਂ TRP ਵੱਧ ਵੱਧ ਲੈ ਲਵਾਂ, ਬੈਠੇ ਬੁੱਠੇ ਪੁੱਠੇ ਸਿੱਧੀਆਂ ਹਰਕਤਾਂ। ਦੁਨੀਆ ਦੀ ਸਭ ਤੋਂ ਗੰਦ ਵੀ ਸੋਸ਼ਲ ਨੈਟਵਰਕ ਮੀਡੀਆ 'ਤੇ ਸਾਡੇ ਪੰਜਾਬੀਆਂ ਨੇ ਤੇ ਬੜਾ ਕੁਝ ਬੱਲੇ ਬੱਲੇ ਕੀਤਾ ਹੋਇਆ ਨਾ, ਕੁਝ ਛੱਡਿਆ ਹੀ ਨਹੀਂ। ਉਦੋਂ ਆਈ ਸੀ ਖਬਰ ਤੇ ਉਦੋਂ ਵੀ ਸਾਨੂੰ ਤੁਸੀਂ ਬੋਲਦੇ ਨਹੀਂ ਜੀ। ਮੈਂ ਕਿਹਾ ਜੀ ਅਜੇ ਤੱਕ ਕੋਈ ਪੁਖਤਾ ਥੋੜ੍ਹੀ ਆ, ਕਿਸੇ ਪਰਿਵਾਰ ਦੇ ਜੀ ਦਾ ਚਲੇ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ ਆ। ਤੁਸੀਂ ਕਿਉਂ ਕਾਲੇ ਪੈ ਗਏ? ਤੁਸੀਂ ਫੁੱਲਾਂ ਦਾ ਗੁਲਦਸਤਾ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ, ਕਿਉਂਕਿ ਉਹ ਸੋਸ਼ਲ ਨੈਟਵਰਕ ਮੀਡੀਆ 'ਤੇ ਫ੍ਰੀ ਮਿਲਦਾ ਨਾ, ਸਿਰਫ ਲੱਭਣਾ ਹੀ ਆ। ਕੀ ਉਹਨੂੰ ਕਹਿੰਦੇ ਅੰਜੂ ਜੀ, ਜੇ ਕਿਸੇ ਨੂੰ ਭੇਜਣਾ ਹੋਵੇ ਗੁਲਦਸਤਾ, ਨਹੀਂ ਇਮੋਜੀਜ਼, ਹਾਂ ਇਮੋਜੀ ਪਈਆਂ ਜਿਹੜੀਆਂ ਮਰਜ਼ੀ, ਭਾਵੇਂ ਪੁੱਠਾ ਮੂੰਹ ਬਣਾ ਲਓ, ਭਾਵੇਂ ਸਿੱਧਾ ਬਣਾ ਲਓ। ਉਹ ਮਤਲਬ ਕਸਰ ਨਹੀਂ ਛੱਡ ਰਹੇ ਲੋਕ ਕਿ ਸਰਦਾਰ ਮਨਮੋਹਨ ਸਿੰਘ ਜੀ ਇਸ ਵਕਤ। ਮੈਨੂੰ ਇੱਕ ਵੀਰ ਦਾ ਫੋਨ ਆਇਆ, ਕਹਿੰਦੇ ਜੀ ਫਲਾਣੇ ਬੰਦੇ ਨੇ ਖਬਰ ਪਾਈ ਹੈ। ਮੈਂ ਕਿਹਾ ਜੀ ਠੀਕ ਹੈ, ਉਹਨਾਂ ਦਾ ਨਾਂ ਵੱਡਾ ਹੈ, ਪਰ ਖਬਰ ਝੂਠੀ ਹੈ। ਅਜੇ ਇਹੋ ਜਿਹੀ ਖਬਰ ਕੋਈ ਨਹੀਂ ਆਈ ਜਿਹਦੇ ਵਿਸ਼ੇ ਮੈਨੂੰ ਇਹ ਤਾਂ ਜਵਾਬ ਦਿੱਤਾ ਜਾਵੇ ਕਿ ਕੀ ਕਾਂਗਰਸ ਪਾਰਟੀ ਨੂੰ ਇਸ ਖਬਰ ਨੂੰ ਲੈ ਕੇ ਹਾਈਡ ਕਰਨ ਦਾ
ਕੀ ਮਕਸਦ ਕੀ ਉਹ ਤੇ ਰਾਜਨੀਤੀ ਕੋਈ ਹੁਣ ਮਤਲਬ ਰਾਜਨੀਤੀ ਕਰਨੀ ਸੀ ਉਹਨਾਂ ਨੇ ਕੀ ਲੁਕੋ ਕਿਉਂ ਰਹੇ ਨੇ ਹਸਪੀਟਲ ਕਿਉਂ ਲੁਕੋ ਰਿਹਾ ਜੇ ਇੰਡੀਆ ਗੌਰਮੈਂਟ ਨੂੰ ਵੀ ਪਤਾ ਹੈ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਾਹਿਬ ਚੜ੍ਹਾਈ ਕਰਕੇ ਤੇ ਉਹਨਾਂ ਨੂੰ ਇਸ ਖਬਰ ਨੂੰ ਲੁਕਾਉਣ ਦਾ ਰੋਕਣ ਦਾ ਕੀ ਉਹਨਾਂ ਨੂੰ ਫਾਇਦਾ ਉਹਨਾਂ ਦੇ ਸਭ ਤੋਂ ਪਹਿਲੇ ਜਿਹੜੇ ਉੱਥੋਂ ਦੇ ਜਿਹੜੇ ਮੀਡੀਆ ਉਹਨਾਂ ਨੇ ਤਾਂ ਕਹਿਣਾ ਬ੍ਰੇਕਿੰਗ ਨਿਊਜ਼ ਹੁੰਦਾ ਕਿੱਲ 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 ਕਿ ਉਹਨਾਂ ਨੇ ਦੱਸਣਾ ਸੀਗਾ ਉਹਨਾਂ ਨੇ ਕਈਆਂ ਨੇ ਮਤਲਬ ਚੰਗੀਆਂ ਖਬਰਾਂ ਵੀ ਦੇਣੀ ਸੀ ਨਾਲ ਕਈਆਂ ਨੇ ਉਹਨਾਂ ਦੇ ਉਹ ਕੋਲੇ ਘਟਾਲੇ ਵਾਲੀਆਂ ਖਬਰਾਂ ਵੀ ਨਾਲ ਚੱਲਣੀ ਸੀ ਕਿ ਰਾਜ ਮੇਂ ਇਹ ਹੁਆ ਉਹਨਾਂ ਨੇ ਫੁੱਲਾਂ ਦਾ ਗੁਲਦਸਤਾ ਨਹੀਂ ਸੀ ਭੇਟ ਕਰਨਾ ਉਹਨਾਂ ਨੂੰ ਆਪਣੀ TRP ਨਾਲ ਅਜੇ ਉਹ ਸ਼ਾਂਤ ਨੇ ਸੋ ਇਸ ਕਰਕੇ ਜਿੰਨੇ ਸੋਸ਼ਲ ਨੈਟਵਰਕ ਮੀਡੀਆ ਤੇ ਵੱਡੇ ਵੱਡੇ ਮਹਾਰਥੀ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਬਈ ਡਿਲੀਟ ਮਾਰ ਦਿਓ ਜਿੰਨੇ ਵੀ ਵੱਧ ਤੋਂ ਵੱਧ ਤੁਹਾਡੇ ਜਿਹੜੇ ਪੋਸਟਾਂ ਤੇ ਮਾਰਦੇ ਆ ਤੇ ਅਰਦਾਸ ਕਰੋ ਕਿ ਉਹ ਤੰਦਰੁਸਤ ਹੋਣ ਹਾਂਜੀ ਤੰਦਰੁਸਤ ਰਹਿਣ ਉਹ ਕਿਉਂਕਿ ਅਸਲ 'ਚ ਨਾ ਜੇ ਆਪਾਂ ਦੇਖੀਏ ਪਿਛਲੇ 10 ਸਾਲਾਂ ਤੋਂ 10 ਕੀ ਆਪਾਂ 10-15 ਸਾਲਾਂ ਦੇਖ ਰਹੇ ਹਾਂ ਆਪਾਂ ਮਨਮੋਹਨ ਸਿੰਘ ਜੀ ਨੂੰ ਤੇ ਉਹਨਾਂ ਦੀ ਜਿਹੜਾ ਤੁਰਨ ਦਾ ਲਹਿਜਾ ਜੋ ਗੱਲ ਕਰਨ ਦਾ ਲਹਿਜਾ ਜੋ ਕੰਮ ਕਰਨ ਦਾ ਲਹਿਜਾ ਹੈਗਾ ਉਹ ਅੱਧਾਂ ਦੇ ਜਿਹੇ ਬਿਮਾਰ ਹੁੰਦੇ ਆ ਉਹ ਜਿੱਦਾਂ ਬਹੁਤ ਕਮਜ਼ੋਰ ਹੁੰਦੇ ਆ ਉਹ ਪਰ ਕਮਜ਼ੋਰ ਨਹੀਂ ਹੈਗੇ ਉਹ ਚਲੋ ਹੁਣ ਏਜ ਫੈਕਟਰ ਵੀ ਹੈਗਾ ਚਾਵਲਾ ਸਾਹਿਬ ਕਿ ਏਜ ਦੇ ਵਿੱਚ ਕੋਈ ਨਾ ਕੋਈ ਬਿਮਾਰੀਆਂ ਸਾਹਮਣੇ ਸਾਡੇ ਆ ਜਾਂਦੇ ਨੇ ਕੁਝ ਜਿਹੜੇ ਸਾਡੇ ਸੈੱਲ ਹੁੰਦੇ ਆ ਸਰੀਰ ਦੇ ਵਿੱਚ ਉਹ ਬਣਨੇ ਬੰਦ ਹੋ ਜਾਂਦੇ ਆ ਕਰਕੇ ਥੋੜੀ ਕਮਜ਼ੋਰੀ ਵੀ ਤਾਂ ਆਉਂਦੀ ਹੈ ਤੇ ਕੁਝ ਬਜ਼ੁਰਗ ਹੁੰਦੇ ਆ ਕੁਝ ਸੰਭਾਲ ਲੈਂਦੇ ਆ ਆਪਣੇ ਆਪ ਨੂੰ ਕੁਝ ਨਹੀਂ ਸੰਭਾਲ ਪਾਉਂਦੇ ਖੈਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਆ ਤੇ ਇਹਨਾਂ ਪ੍ਰਤੀ ਕੋਈ ਵੀ ਰਿਊਮਰ ਜਿਹੜੀ ਹੈਗੀ ਆ ਉਹ ਕੋਈ ਫੈਲਾ ਰਿਹਾ ਬੰਦਾ ਤਾਂ ਪਤਾ ਨਹੀਂ ਕਿਉਂ ਅਜੇ ਨਹੀਂ ਹੈਗਾ ਨਾ ਕਾਂਗਰਸ ਨੂੰ ਚਲੋ ਜਦੋਂ ਖਬਰ ਆ ਗਈ ਜੀ ਸਰਕਾਰ ਨੂੰ ਛੁਪਾਉਣ ਦਾ ਕੀ ਲਾਭ ਹੈ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਤਾਂ ਕਹਿ ਰਹੇ ਨੇ ਵੀ ਉਹ ਤੰਦਰੁਸਤ ਹੋਣ ਤਾਂ ਠੀਕ ਹੈ ਗੱਲ ਜੀ ਅਫੀਸ਼ੀਅਲ ਤੌਰ ਤੇ ਖਬਰ ਆਵੇਗੀ ਤਾਂ ਫਿਰ ਜੋ ਵੀ ਖਬਰ ਚੜ੍ਹਾਈ ਵਾਲੀ ਆ ਗਈ ਚੜ੍ਹਦੀ ਕਲਾ ਵਾਲੀ ਆ ਗਈ ਸਾਂਝੀ ਕਰਾਂਗੇ BSF ਨੂੰ ਅਸਲ 'ਚ ਨਾ ਚਾਵਲਾ ਸਾਹਿਬ ਜਿਹੜਾ ਕਿ ਸੁਰਜੇਵਾਲਾ ਨੇ ਕਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ ਬਾਰੇ ਜਿਵੇਂ ਪ੍ਰਗਟ ਸਿੰਘ ਨੇ ਕਿਹਾ ਸੁਰਜੇਵਾਲਾ ਨੇ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਉੱਤੇ ਜਿਹੜਾ ਕਿ BSF ਨੂੰ ਵਾਧੂ ਅਧਿਕਾਰ ਦਿੱਤੇ ਗਏ 50 ਕਿਲੋਮੀਟਰ ਵਾਲੇ ਉਸ ਸੰਬੰਧ ਵਿੱਚ ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਸਾਡੇ ਇਸ ਪ੍ਰਤੀ ਗਲਤ ਜੋ ਰੋਲ ਨਿਭਾ ਰਹੇ ਆ ਉਹਨਾਂ ਨੇ ਉੱਪਰ ਕਿਸੇ ਪਾਰਟੀ ਨੂੰ ਲਾਭ ਪਹੁੰਚਾਉਣ ਵਾਸਤੇ ਇਹੋ ਜਿਹਾ ਕੰਮ ਕੀਤਾ ਹੈਗਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਰਜੇਵਾਲਾ ਦੀ ਬਹੁਤ ਲਿਆਕਤ ਛੋਟੀ ਹੈਗੀ ਆ ਉਹ ਕਹਿੰਦੇ ਵੀ ਬਹੁਤ ਛੋਟੀ ਗੱਲ ਕਰਦੇ ਆ ਉਹਨਾਂ ਨੂੰ ਬਹੁਤ ਵੱਡੀ ਗੱਲ ਕਰਦੀ ਹੈ ਕਹਿੰਦਾ ਮੈਂ ਹੈਰਾਨ ਆ ਵੀ ਹਰਿਆਣੇ ਦਾ ਬੰਦਾ ਇਹ ਇੱਕ ਵਾਰੀ ਵੀ ਜਿੱਤਿਆ ਨਹੀਂ ਕਿਸੇ ਪਾਰਟੀ ਕਿਸੇ ਜਗ੍ਹਾ ਤੋਂ ਬੈਠਾ ਕਾਂਗਰਸ ਦੀਆਂ ਉੱਪਰਲੀਆਂ ਸਫਾਂ ਉੱਤੇ ਮੈਨੂੰ ਸਮਝ ਨਹੀਂ ਆਉਂਦੀ ਬੰਦਾ ਇਹ ਬੋਲ ਲੱਗ ਮੈਂ ਉਹ ਕਹਿੰਦਾ ਵੀ ਮੈਂ ਜੇਕਰ ਪੰਜਾਬ ਮੇਰਾ ਕਿੰਨੀ ਕੁ ਪਾਵਰ ਹੈਗੀ ਆ ਕਿ ਮੈਂ ਅਸਾਮ ਬੰਗਾਲ ਪੱਛਮੀ ਬੰਗਾਲ ਤੇ ਪੰਜਾਬ ਦੇ ਖੇਤਰ ਨੂੰ 50 ਕਿਲੋਮੀਟਰ ਤੱਕ ਬਾਰਡਰਾਂ ਨੂੰ ਮੈਂ ਅੱਗੇ ਲਿਆਵਾਂ ਮੇਰੇ 'ਚ ਕਿੰਨੀ ਪਾਵਰ ਹੈ ਨਹੀਂ ਹੈਗੀ ਮੇਰੀ ਕੇਂਦਰ ਸਰਕਾਰ ਕਿੰਨੀ ਕੁ ਮੰਨਦੀ ਹੈਗੀ ਆ ਕਹਿੰਦਾ ਇਹ ਬਿਲਕੁਲ ਗਲਤ ਅਫਵਾਹ ਮੇਰੇ ਖਿਲਾਫ ਫੈਲਾ ਰਹੇ ਨੇ ਕਾਂਗਰਸੀਆਂ ਨੂੰ ਇਸ ਗੱਲ ਤੇ ਦੇਖਣਾ ਚਾਹੀਦਾ ਉਹਨੇ ਆਪਣੇ ਸੁਰਜੇਵਾਲਾ ਜਿਹੜਾ ਕਾਂਗਰਸੀ ਆਗੂ ਹੈਗਾ ਉਹ ਉਸਨੂੰ ਕਟਹਿਰੇ ਖੜਾ ਕੀਤਾ ਚਾਵਲਾ ਸਾਹਿਬ ਅਮਰਿੰਦਰ ਨੇ ਤੇ ਇਹ ਆਪਣੇ ਆਪ 'ਚ ਵੱਡੀ ਗੱਲ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਪਿਛਲੇ ਜਦੋਂ ਲਖੀਮਪੁਰ ਕਾਂਡ ਵਾਪਰਿਆ ਚਾਵਲਾ ਸਾਹਿਬ ਉਸ ਤੋਂ ਬਾਅਦ ਉਹ ਲਖੀਮਪੁਰ ਕਾਂਡ ਦੇ ਵਿਰੁੱਧ ਜਾਂ ਪੱਖ ਕਦੇ ਬੋਲੇ ਨਹੀਂ ਉਹ ਜਿਹੜਾ ਬੰਦਾ ਲਖੀਮਪੁਰ ਕਾਂਡ ਦੇ ਬਾਰੇ ਬੋਲ ਨਹੀਂ ਰਿਹਾ ਨਾ ਉਹਨੂੰ ਭਾਜਪਾ ਦੇ ਪੱਖੀ ਕਿਹਾ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਨਾ ਬੋਲਣ ਕਰਕੇ ਕਾਂਗਰਸ ਦੇ ਇਸ ਕਰਕੇ ਆਲੋਚਨਾ ਸ਼ਿਕਾਰ ਬਣ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਆਖਿਆ ਜਾ ਰਿਹਾ ਕਿ ਉਹ ਲਖੀਮਪੁਰ ਦੇ ਮਾਮਲੇ ਵਿੱਚ ਇੱਕ ਸ਼ਬਦ ਨਹੀਂ ਬੋਲ ਸਕੇ ਮੋਦੀ ਵਾਂਗ ਇਹਦਾ ਮਤਲਬ ਭਾਜਪਾ ਦੇ ਪੱਖੀ ਹੈਗੇ ਆ ਇਸ ਕਰਕੇ ਸੁਰਜੇਵਾਲਾ ਵਰਗੇ ਬੰਦੇ ਉਸ ਦੇ ਖਿਲਾਫ ਇਹੋ ਜਿਹੀਆਂ ਗੱਲਾਂ ਕਰਨ ਲੱਗੇ ਹੋਏ ਨੇ ਪਹਿਲਾਂ ਵੀ ਕਿਹਾ ਸੀ ਕੈਪਟਨ ਸਾਹਿਬ ਨੇ ਕਿ ਬਾਰਡਰ ਉੱਤੇ ਬੜਾ ਸੈਂਸਿਟਿਵ ਸਿਸਟਮ ਬਣਾਇਆ ਹੋਇਆ ਬਹੁਤ ਸੰਵੇਦਨਸ਼ੀਲਤਾ ਉੱਤੇ ਹੈ ਕੁਝ ਵੀ ਹੋ ਸਕਦਾ ਬਾਰਡਰ ਤੋਂ ਉਹਨੇ ਬਾਰਡਰ ਨੂੰ ਲੈ ਕੇ ਬੜੇ ਵੱਡੇ ਬਿਆਨ ਦਾਗੇ ਆ ਤੇ ਉਹ ਸ਼ਾਇਦ ਇਸੇ ਕਰਕੇ ਸੁਰਜੇਵਾਲਾ ਸਾਹਿਬ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੇਣ ਹੈਗੀ ਆ ਇਹ ਸੁਰਜੇਵਾਲ ਨੇ ਕਿਹਾ ਕਿ ਸੰਵਿਧਾਨ ਦੀ ਰੂਹ ਖਤਮ ਕਰਨ ਦਾ ਮਾਮਲਾ ਹੈ ਤੇ ਕੈਪਟਨ ਸਾਹਿਬ ਜਵਾਬ ਦਿੰਦੇ ਨੇ ਤੇ ਜਿਹੜੀ ਤੁਸੀਂ ਗੱਲ ਕਹਿਤੀ ਕਿ ਉਹਨਾਂ ਦੀ ਬੰਦੇ ਚਲੇ ਗਏ ਨੇ ਤੁਸੀਂ ਜੱਟ ਮਹਾਂਸਭਾ ਦੇ ਪ੍ਰਧਾਨ ਹੋ ਤੇ ਉੱਥੇ ਮਰਨ ਵਾਲੇ ਜਿਹੜੇ ਨੇ ਉਹ ਜੱਟ ਨੇ ਕੀੜੇ ਮਕੌੜੇ ਨਹੀਂ ਆ ਤੁਸੀਂ ਚਲੋ ਐਜ਼ ਏ MLA ਹੋ ਪੰਜਾਬ ਦੇ ਪਰ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਕਹਿੰਦੇ ਕਿ ਸਾਡੀ ਪਹੁੰਚ ਨਹੀਂ ਹੈ ਪਰ ਤੁਹਾਡੇ ਜਿਹੜੀਆਂ ਦਿੱਲੀ ਦੀਆਂ ਗੇੜੀਆਂ ਨੇ ਹੇਠ ਉੱਤੇ ਲੱਗਣੀਆਂ ਜਿਹੜੀਆਂ ਤੁਸੀਂ ਆਪਣੇ ਕੱਪੜੇ ਲੈਣ ਗਏ ਤੇ ਉੱਥੇ ਜਾ ਕੇ ਮੁਲਾਕਾਤਾਂ ਕਰਕੇ ਆਉਂਦੇ ਹੋ ਧਮਾਲ ਸਾਹਿਬ ਦੇ ਨਾਲ ਔਰ ਗ੍ਰਹਿ ਮੰਤਰਾਲੇ ਦੇ ਨਾਲ ਤੇ ਉਹ ਕਿਤੇ ਨਾ ਕਿਤੇ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਵਿੱਚੋਂ ਇਹ ਸਾਰਾ ਕੁਝ ਬਾਹਰ ਨਿਕਲ ਕੇ ਆ ਰਿਹਾ ਹੈ ਇਹ ਅੱਜ ਨਹੀਂ ਤਾਂ ਕੱਲ੍ਹ ਚੱਕਜਾਰ ਹੋ ਹੀ ਜਾਵੇਗਾ ਜੇ ਕਿਤੇ ਵਿੱਚ ਕੋਈ ਕਾਲਾ ਮਾਲਾ ਹੈ ਤਾਂ ਜਿਵੇਂ ਅੰਕੜਿਆਂ ਦੇ ਆਧਾਰ 'ਤੇ ਪੇਸ਼ ਕੀਤਾ ਸੀਗਾ ਉਹਦੀ ਦੁਬਾਰਾ ਫਰਮਾਇਸ਼ ਆ ਰਹੀ ਹੈ ਮੈਂ ਕਿਹਾ ਜੀ ਉਹ ਰਿਪੀਟ ਹੋ ਜਾਣਾ ਕਹਿੰਦੇ ਜੀ ਉਸ ਟਾਈਮ ਅਸੀਂ ਸੁਣਦੇ ਨਹੀਂ ਸਵੇਰ ਵਾਲੇ ਸ਼ੋਅ 'ਚ ਸੁਣਾ ਦਿਓ ਉਹ ਕੋਈ 18-20 ਮਿੰਟ ਦਾ ਲੇਖ ਹੈ ਉਹਦੇ ਵਿੱਚ
ਇੱਕ ਵੀਰ ਹੌਕਿਆਂ ਦੇ ਨਾਲ ਮਤਲਬ ਗੱਲ ਕਰ ਰਿਹਾ ਸੀ ਮੇਰਾ ਜਿਹਾ, ਚਾਵਲਾ ਜੀ ਤੁਸੀਂ ਇੰਨੀ ਮਿਹਨਤ ਕਰਦੇ ਹੋ, ਅਸੀਂ ਕਿਵੇਂ ਮਤਲਬ ਮੇਰੇ ਕੋਲ ਕੁਛ ਨਹੀਂ ਹੈ, ਮੈਂ ਕਿਵੇਂ ਤੁਹਾਡੀ ਹੈਲਪ ਕਰਾਂ, ਕਿਵੇਂ ਸਪੋਰਟ ਕਰਾਂ, ਤੁਸੀਂ ਬਾਰ-ਬਾਰ ਬੋਲਦੇ ਹੋ ਕਿ ਸਾਡੀ ਐਡਵਰਟਾਈਜ਼ਮੈਂਟ ਸਾਨੂੰ ਦਿਓ ਜੇ ਤੁਸੀਂ ਪ੍ਰੋਗਰਾਮ ਨੂੰ ਚੱਲਦਾ ਰੱਖਣਾ। ਅਸੀਂ ਕਹਿਣਾ ਹੀ ਆ ਜੀ, ਅਸੀਂ ਕੱਟ ਕਰਾਂਗੇ ਡੈਫੀਨੇਟਲੀ, ਅੱਜ ਨਹੀਂ ਤਾਂ ਕੱਲ੍ਹ ਕਰਾਂਗੇ, ਇੰਨੇ ਘੰਟੇ ਸਾਡੇ ਕੋਲ ਨਹੀਂ ਚੱਲਣਾ ਨਾ, ਇੰਨੇ ਘੰਟੇ ਅਸੀਂ ਬਹਿ ਸਕਦੇ ਹਾਂ। ਬਹਿਣ ਦੀ ਵੀ ਤਾਕਤ ਤਾਂ ਹੀ ਆਉਂਦੀ ਹੈ ਜੇ ਤੁਸੀਂ ਮਤਲਬ ਵੇਖਦੇ ਹੋ ਕਿ ਤੁਹਾਡੇ ਚੈੱਕ ਜਿਹੜੇ ਨੇ ਉਹ ਟਾਈਮ 'ਤੇ ਨਿਕਲ ਜਾਣਗੇ। ਅਗਲਿਆਂ ਨੂੰ ਚੈੱਕ ਚਾਹੀਦੇ, ਜੇ ਨਾ ਗਏ ਤਾਂ ਅਗਲੇ ਗਾਣੇ ਲਾਉਂਦੇ ਮੁੜ ਕੇ, ਫਿਰ ਅਸੀਂ ਤੁਰੇ ਫਿਰਾਂਗੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਕੱਟਣਾ ਪੈਣਾ, ਕੱਟ ਕਰਾਂਗੇ। ਜੇ ਸਾਨੂੰ ਬਿਜ਼ਨਸ ਭਾਈਚਾਰੇ ਨੇ ਸਾਥ ਦਿੱਤਾ, ਕਮਿਊਨਿਟੀ ਨੇ ਸਾਥ ਦਿੱਤਾ, ਤਾਂ ਅਸੀਂ ਚੱਲਦੇ ਰੱਖਣ ਦੇ ਵਿੱਚ ਕੋਈ ਹਰਜ ਨਹੀਂ ਹੈ। ਸਵੇਰ ਵਾਲੇ ਪ੍ਰੋਗਰਾਮ ਦੀ ਕੋਈ ਟੀਮ ਹੋਰ ਆ ਸਕਦੀ ਹੈ, ਮੈਂ ਰਾਤ ਵਾਲੇ ਪ੍ਰੋਗਰਾਮ ਨੂੰ ਹੈਂਡਲ ਕਰ ਸਕਦਾ, ਕਿਉਂਕਿ ਤੁਸੀਂ ਰਾਤ ਨਾਈਟ ਬਰਡ ਜਿਹੜੇ ਸਾਡੇ ਨੇ ਉਹ ਸਾਨੂੰ ਲਾਈਕ ਕਰਦੇ ਹੋ। ਅਤੇ ਡੈਫੀਨੇਟਲੀ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਨੇ, ਉਹ ਲੇਖ ਨੂੰ ਮੈਂ ਦੁਬਾਰਾ ਜ਼ਰੂਰ ਸੁਣਾਵਾਂਗਾ, ਪਰ 2-4 ਦਿਨ ਅਟਕ ਕੇ। ਬਹੁਤ ਤੱਥਾਂ ਦੇ ਆਧਾਰ 'ਤੇ ਉੱਤੇ ਅੱਜ ਦੀ ਸਰਕਾਰ ਨੂੰ ਅਤੇ ਵਲਭ ਭਾਈ ਪਟੇਲ ਹੋਣਾ ਦੀ ਜਿਹੜੀ ਤੁਲਨਾ ਕੀਤੀ ਹੈ ਕਿ ਉਦੋਂ ਕੀ ਸੀ ਸੋਚ ਅਤੇ ਅੱਜ ਕੀ ਸੋਚ ਹੈ। ਵਲਭ ਭਾਈ ਪਟੇਲ ਉਹੀ ਹਨ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਬੁੱਤ ਲਾਇਆ ਗਿਆ, ਜੇ ਮੈਂ ਰੌਂਗ ਨਹੀਂ ਤੇ ਉਹੀ ਨੇ ਨਾ ਸਭ ਤੋਂ ਵੱਡਾ ਜਿਹੜੀ। ਤੇ ਵਲਭ ਭਾਈ ਪਟੇਲ ਕੌਣ ਸਨ? ਉਹ ਕਾਂਗਰਸ ਦੇ ਮੁੱਢਲੇ ਰੂਪ ਦੇ ਵਿੱਚ ਕਾਂਗਰਸੀ ਸਨ। ਤੇ ਕਿੱਥੇ ਜਾ ਕੇ ਉਹ ਆ ਵੇਖੋ ਤੁਸੀਂ, ਸੋਚ ਕੀ ਹੈ। ਤੇ ਉਸ ਵਕਤ ਉਹਨਾਂ ਲੋਕਾਂ ਦੀ ਸੋਚ ਕੀ ਸੀ, ਹੈ ਨਾ, ਕਿਸਾਨਾਂ ਪ੍ਰਤੀ। ਕਿਸਾਨਾਂ ਨੂੰ ਉਹ ਕਿਵੇਂ ਕਿੱਡੇ ਵੱਡੇ ਵੱਡੇ ਤਖਲਸ ਦੇ ਕੇ ਉਹਨਾਂ ਨੂੰ ਉਹ ਨਵਾਜਦੇ ਸਨ। ਹੁਣ ਕੀ ਹੋ ਗਿਆ? ਖੈਰ ਨਹੀਂ ਵੇ, ਰਾਕੇਸ਼ ਟਕੈਤ ਨੇ ਲਖੀਮਪੁਰ ਖੀਰੀ ਦੇ ਮੁਲਜ਼ਮਾਂ ਤੋਂ ਸਹੀ ਪੁੱਛ ਪੜਤਾਲ ਨਾ ਹੋਣ 'ਤੇ ਇੱਕ ਵਾਰ ਫਿਰ ਕੇਂਦਰ ਵੱਲ ਜਿਹੜੀਆਂ ਨੇ ਤੋਪਾਂ ਡਾਗੀਆਂ ਨੇ, ਖਿਚਾਈ ਕੀਤੀ ਹੈ। ਲਖੀਮਪੁਰ ਖੀਰੀ ਹਿੰਸਾ SIT ਮੁਲਜ਼ਮਾਂ ਸਮੇਤ ਮੌਕੇ ਦਾ ਦੌਰਾ ਕੀਤਾ। ਮੇਰੇ ਖਿਆਲ ਜੰਜੂ ਜੀ ਕੁਝ ਕਹਿਣਾ ਚਾਹੁੰਦੇ ਨੇ, ਤੁਹਾਡੇ ਕੋਲ ਹੈ ਖਬਰ ਕੋਈ? ਜੀ ਪਲੀਜ਼। ਹਾਂਜੀ ਹਾਂ ਤਵਲਾ ਸਾਹਿਬ, ਇਹ ਨਾ ਅਸਲ ਵਿੱਚ ਰਾਕੇਸ਼ ਟਕੈਤ ਨੇ ਫਿਰ ਮੁੜ ਕੇ ਕੇਂਦਰ ਸਰਕਾਰ ਉੱਤੇ, UP ਸਰਕਾਰ ਉੱਤੇ ਨਿਸ਼ਾਨਾ ਮਾਰਿਆ ਹੈਗਾ। ਉਹ ਕਹਿੰਦੇ ਆ ਕਿ ਇਹ ਰੈੱਡ ਕਾਰਪੇਟ ਹੈਗੀ ਆ, ਉਹ ਜੀ ਪਹਿਲਾਂ ਵੀ ਕਹਿੰਦੇ ਆ ਉਹ ਕਿ ਏਦਾਂ ਦੀ ਪੁੱਛਗਿੱਛ ਕਦੇ ਨਹੀਂ ਹੋਣੀ ਚਾਹੀਦੀ। ਇਹ ਕਿਵੇਂ ਕਹਿੰਦਾ ਹੋ ਸਕਦਾ? ਇਹ ਤਾਂ ਸਭ ਜਾਣਦੇ ਆ, ਦੁਨੀਆ ਜਾਣਦੀ ਆ ਕਿ ਜਿਸ ਦਾ ਬਾਪ ਗ੍ਰਹਿ ਮੰਤਰੀ ਹੋਵੇ ਤੇ ਪੁਲਿਸ ਉਹਦੇ ਮੁੰਡੇ ਤੋਂ ਕਿੱਦਾਂ ਕੋਈ ਪੁੱਛ ਪੜਤਾਲ ਕਰ ਸਕਦੀ ਹੈ। ਤੇ ਇਹ ਬਿਲਕੁਲ ਹੀ ਵਾਜਬ ਨਹੀਂ, ਗੈਰ ਵਾਜਬ ਗੱਲ ਹੈਗੀ ਆ। ਉਹਨੇ ਘੇਰਿਆ ਹੈਗਾ। ਬੇਸ਼ੱਕ ਜਿਹੜੀ UP ਦੀ ਪੁਲਿਸ ਹੈਗੀ ਆ, ਜਿਹੜੀ ਸਿੱਟ ਹੈਗੀ ਆ, ਇਸ ਮੁੱਦੇ ਤੇ ਪੜਤਾਲ ਕਰ ਰਹੀ ਆ ਚਾਵਲਾ ਸਾਹਿਬ, ਉਸ ਨੇ ਕੱਲ ਇੱਕ ਰਵਾਇਤ ਹੁੰਦੀ ਆ, ਇੱਕ ਨਿਆਂ ਪ੍ਰਣਾਲੀ ਦਾ, ਇੱਕ ਖੋਜ ਸਿਸਟਮ ਦਾ ਇੱਕ ਆਧਾਰ ਹੁੰਦਾ ਹੈ ਕਿ ਉਹ ਮੌਕੇ ਤੇ ਜਾ ਕੇ ਮੁਲਜ਼ਮ ਜਿੱਥੇ ਕਿ ਘਟਨਾ ਵਾਪਰਦੀ ਆ, ਉੱਥੇ ਮੁਲਜ਼ਮਾਂ ਨਾਲ ਜਾ ਕੇ ਜਿਹੜੀਆਂ ਕੋਈ ਵੀ ਸੰਸਥਾਵਾਂ ਨਾਲ ਹੈਗੀਆਂ ਨੇ, ਕੋਈ ਖੋਜ ਸੰਸਥਾ, ਕੋਈ ਲੈਬੋਰਟਰੀ ਵਾਲੀ, ਕੋਈ ਜਿਹੜੇ ਕਿ ਫਰਾਂਸਿਕ ਵਾਲੇ ਨੇ, ਸਭ ਨਾਲ ਲੈ ਕੇ ਉਹ ਉੱਥੇ ਪੜਤਾਲ ਕਰਦੇ ਆ। ਉਸੇ ਤਹਿਤ ਕੱਲ ਪੜਤਾਲ ਕਰਨ ਵਾਸਤੇ ਉੱਥੇ ਗਏ ਨੇ। ਮੌਕੇ ਤੇ ਉਦਾਂ ਹੀ ਬੰਦੇ ਦਿਖਾਏ ਨੇ, ਉਹਨਾਂ ਨੇ ਵਿੱਚ ਦਿਖਾ ਕੇ ਵੀ ਇੱਥੇ ਕਿ ਬੰਦਾ ਪਿਆ, ਇੱਥੇ ਕਿ ਬੰਦਾ, ਫੋਟੋਆਂ ਜਿਹੜੀਆਂ ਸਾਹਮਣੇ ਆਈਆਂ ਨੇ ਉਸ ਸੰਬੰਧ ਵਿੱਚ ਚਾਵਲਾ ਸਾਹਿਬ ਇਹ ਉਹ ਸਾਰਾ ਦਿਖਾਇਆ ਉਹਨਾਂ ਨੇ। ਪੁਲਿਸ ਨੇ ਆਪਣੇ ਆਪ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਪੁਲਿਸ ਕਰ ਰਹੀ ਆ। ਸਵਾਲ ਜਵਾਬ ਚੰਗੇ ਆ ਰਹੇ ਨੇ ਮੀਡੀਆ ਦੇ ਵਿੱਚ ਆ ਰਹੇ ਨੇ ਜਾਂ ਲਿਆਂਦੇ ਜਾ ਰਹੇ ਨੇ, ਕੀ ਗੱਲ ਪਤਾ ਨਹੀਂ, ਪਰ ਪੁਲਿਸ ਇਹ ਕੰਮ ਕਰ ਰਹੀ ਹੈ। ਰਾਕੇਸ਼ ਟਕੈਤ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੈਗੇ, ਕਹਿੰਦੇ ਇਹ ਬਿਲਕੁਲ ਸਹੀ ਨਹੀਂ। ਜਦੋਂ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਅਧਿਐਨ ਨਹੀਂ ਹੁੰਦਾ ਤੇ ਉਹ ਅੰਦਰ ਨਹੀਂ ਹੁੰਦਾ, ਉਦੋਂ ਤੱਕ ਇਨਸਾਫ ਸਾਨੂੰ ਨਹੀਂ ਮਿਲ ਸਕਦਾ। ਚਰਨਜੀਤ ਸਿੰਘ ਚੰਨੀ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ। ਕੱਲ੍ਹ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਹੁਣ ਸਾਬਕਾ ਲੱਗ ਗਿਆ। ਵੇਖਿਆ ਜਾਵੇ ਤਾਂ ਹੁਣ ਉਹ MLA ਨੇ, ਸੀਨੀਅਰ ਕਾਂਗਰਸੀ ਨੇ, ਕਾਂਗਰਸ ਦੇ ਵਿੱਚ ਨੇ ਤੇ ਚੁੱਪ ਨੇ। ਉਧਰ ਚਰਨਜੀਤ ਸਿੰਘ ਚੰਨੀ ਨੇ, ਉਹਨਾਂ ਨਾਲ ਮੁਲਾਕਾਤ ਕੀਤੀ ਹੈ, ਮਿਲਣੀ ਨੇ, ਫਿਰ ਸਿਆਸਤ ਪੂਰੀ ਗਰਮਾਈ ਹੋਈ ਹੈ। ਠੋਕੋ ਤਾਲੀ ਤਾਂ ਫਿਰ ਥੋੜ੍ਹਾ ਬਹੁਤਾ ਹੱਥ ਹੀ ਮਲਦਾ ਹੋਣਾ, ਉਹਦੇ ਬਾਰੇ ਅਗਲੇ ਹਿੱਸੇ 'ਚ ਗੱਲ ਕਰਾਂਗੇ। ਪਰੰਤੂ ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਇਹ ਨਵੇਂ ਸਮੀਕਰਨ ਹੈਗੇ। ਹੁਣ ਪਰਿਵਾਰ ਅਕਾਲ ਆਏ, ਉਹਦੀ ਜਿਹੜੀ ਫੋਟੋ ਆਪਾਂ ਲਾਈ ਆ ਨਾਲ, ਇਹ ਫੋਟੋ ਦੇ ਵਿੱਚ ਚੰਨੀ ਦੀ ਧਰਮ ਪਤਨੀ ਹੈਗੀ ਆ, ਚੰਨੀ ਦਾ ਬੇਟਾ ਜਿਹੜਾ ਨਵਾਂ ਵਿਆਹਿਆ, ਤੇ ਚੰਨੀ ਦੀ ਨੂੰਹ ਰਾਣੀ ਹੈਗੀ ਆ, ਚੰਨੀ ਦਾ ਛੋਟਾ ਬੇਟਾ ਹੈਗਾ। ਇਹ ਸਾਰੀ ਫੈਮਿਲੀ ਆ ਚੰਨੀ ਦੀ, ਸਾਰੀ ਫੈਮਿਲੀ ਚੰਨੀ ਦੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਫਾਰਮ ਤੇ ਗਈ ਹੈ। ਜਾ ਕੇ ਉਹਨਾਂ ਨੇ 1 ਘੰਟਾ ਦੇ ਕਰੀਬ ਕੈਪਟਨ ਸਾਹਿਬ ਦੇ ਨਾਲ ਬਿਤਾਇਆ ਹੈਗਾ। ਇਹ ਸਮੀਕਰਨ ਚੰਨੀ ਜੀ ਕਹਿੰਦੇ ਆ ਕਿ ਇਹ ਸਾਡਾ ਪਰਿਵਾਰਕ ਮਿਲਣੀ ਸੀਗੀ, ਸਾਡੀ ਰਵਾਇਤੀ ਮਿਲਣੀ ਸੀਗੀ। ਪਰਿਵਾਰਕ ਮਿਲਣੀ ਸੀ ਜਾਂ ਨਹੀਂ ਮਿਲਣੀ ਸੀ ਪਤਾ ਨਹੀਂ, ਪਰ ਜਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਲੰਚ ਦੇਣਾ ਚਾਹੁੰਦਾ ਹੈਗਾ
ਤੁਸੀਂ ਆ ਜਾਓ। ਪਰ ਚੰਨੀ ਜੀ ਕਹਿੰਦੇ ਸੀਗੇ ਕਿ ਮੇਰੇ ਕੋਲ ਟਾਈਮ ਨਹੀਂ, ਟਾਈਮ ਦੀ ਕਮੀ ਕਰਕੇ ਮੈਂ ਕੈਪਟਨ ਸਾਹਿਬ ਬਾਅਦ ਚ ਆਪਾਂ ਕਦੇ ਦੇਖਾਂਗੇ ਟਾਈਮ, ਉਸ ਤੋਂ ਲੰਚ ਕਰਨ ਵਾਸਤੇ ਕੈਪਟਨ ਸਾਹਿਬ ਦੇ ਘਰੇ ਨਹੀਂ ਗਏ ਚੰਨੀ। ਅਚਾਨਕ ਹੁਣ ਕਿਹੜੇ ਸਮੀਕਰਨ ਬਦਲ ਗਏ ਆ? ਸਮੀਕਰਨ ਬਦਲਣ ਦਾ ਮਕਸਦ ਇਹ ਆ ਕਿ ਨਵਜੋਤ ਸਿੱਧੂ ਚੰਨੀ ਦੇ ਖਿਲਾਫ ਵੀ ਮੋਰਚਾ ਖੋਲ ਚੁੱਕੇ ਆ। ਉਹਨਾਂ ਨੇ ਇਹ ਟਵੀਟ ਜਾਰੀ ਕਰ ਦਿੱਤੇ ਆ ਕਿ ਮੌਜੂਦਾ ਸਰਕਾਰ ਵਿੱਚ ਵੀ ਜਿਹੜੇ ਮੁੱਦੇ ਪੰਜਾਬ ਦੇ ਹੈਗੇ ਆ ਉਹਨਾਂ ਮੁੱਦਿਆਂ ਤੇ ਗੱਲ ਹੋਣੀ ਬੰਦ ਹੋ ਗਈ ਆ। ਆਪਾਂ ਇੱਥੇ ਚਰਚਾ ਕੀਤੀ ਸੀ ਕਿ ਨਵਜੋਤ ਸਿੱਧੂ ਕਹਿੰਦੇ ਆ ਕਿ ਜਿਹੜੇ 18 ਏਜੰਡੇ ਹੈਗੇ ਆ ਪੰਜਾਬ ਦੇ, ਉਹਨਾਂ ਤੇ ਅਮਲ ਹੋਣ ਨੂੰ ਪੰਜਾਬ ਉਡੀਕ ਰਿਹਾ। ਚੰਨੀ ਦੇ ਇਸ ਤਰ੍ਹਾਂ ਦੇ ਚੰਨੀ ਦੇ ਖਿਲਾਫ ਨਵਜੋਤ ਦੇ ਇਸ ਤਰ੍ਹਾਂ ਦੇ ਬਿਆਨ ਆਉਣ ਤੋਂ ਬਾਅਦ ਚੰਨੀ ਨੇ ਨੇੜਤਾ ਬਣਾਈ ਆ, ਜਦ ਕਿ ਚੰਨੀ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀਆਂ ਵਿੱਚੋਂ ਸੀਗੇ ਜੀ। ਜਦੋਂ ਕੱਟੜ ਵਿਰੋਧੀਆਂ ਵਿੱਚੋਂ ਸੀਗੇ ਤਾਂ ਜਦੋਂ ਵਜ਼ਾਰਤ ਬਦਲਣ ਦੀ ਗੱਲ ਹੋਈ ਸੀ, ਕੋਈ ਮੰਤਰੀ ਬਦਲਣੇ ਆ, ਤਾਂ ਮੰਤਰੀ ਬਦਲਣ ਦੇ ਵਿੱਚ ਇੱਕ ਨਾਂ ਚੰਨੀ ਦਾ ਸੀਗਾ। ਕੈਪਟਨ ਨੇ ਚੰਨੀ ਨੂੰ ਮੰਤਰੀ ਤੋਂ ਹਟਾਉਣਾ ਚਾਹੁੰਦੇ ਸੀਗੇ, ਪਰ ਉਹ ਮੁੱਖ ਮੰਤਰੀ ਬਣ ਗਏ ਆ। ਜਦੋਂ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੂੰ ਮਿਲੇ ਆ, ਸਮੀਕਰਨ ਬਦਲਣ ਦੀ ਸੰਭਾਵਨਾ ਪੰਜਾਬ ਦੀ ਸਿਆਸਤ ਵਿੱਚ ਬੜੀ ਚਰਚਾ ਹੈਗੀ ਆ, ਬੜੀ ਨਿੱਘ ਆਈ ਆ, ਗਰਮਾਹਟ ਆਈ ਆ ਪੰਜਾਬ ਦੀ ਸਿਆਸਤ ਵਿੱਚ ਇਸ ਦੇ ਮਿਲਣੀ ਤੋਂ ਬਾਅਦ। ਦੇਖੋ ਅੱਗੇ ਹੁੰਦਾ ਕੀ ਆ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਪੱਖ ਵਿੱਚ ਜਾਂਦੇ ਲੱਗ ਰਹੇ ਆ, ਸਿਰਫ ਠੰਡੇ ਛਿੱਟੇ ਮਾਰਨ ਵਾਸਤੇ ਗਏ ਹੋਣ ਉਹ ਕੈਪਟਨ ਦੇ, ਤੇ ਛਿੱਟੇ ਮਾਰ ਕੇ ਆਏ ਹੁਣ, ਜਾਂ ਆਪਣਾ ਪ੍ਰੇਮ ਭਗਤੀ ਵਰਤਾ ਕੇ ਆਏ ਹੁਣ ਵੀ ਮੁੱਖ ਮੰਤਰੀ ਆਪਾਂ। ਵੈਸੇ ਇੱਕ ਚਾਵਲਾ ਸਾਹਿਬ ਗੱਲ ਹੈਗੀ ਆ ਕਿ ਜਦੋਂ ਕਿਸੇ ਫਲ ਨੂੰ ਨਾ, ਕਿਸੇ ਬੂਟੇ ਨੂੰ ਫਲ ਲੱਗਦਾ ਨਾ, ਉਹ ਝੁਕਦਾ। ਇਨਸਾਨ ਨੂੰ ਜਦੋਂ ਫਲ ਲੱਗਦਾ ਉਹ ਆਕੜਦਾ। ਤੇ ਇਹ ਚੰਨੀ ਦੀ ਇੱਕ ਨਵੀਂ ਗੱਲ ਹੈਗੀ ਆ ਕਿ ਉਹਨੂੰ ਫਲ ਲੱਗਿਆ, ਉਹ ਝੁੱਕ ਕੇ ਅਮਰਿੰਦਰ ਦੇ ਘਰੇ ਗਿਆ। ਚਲੋ ਚੰਗੀ ਗੱਲ ਹੈ, ਪਰ ਆਪਣੇ ਮਜ਼ਦੂਰਾਂ ਦੀਆਂ ਮੌਰਾਂ ਸੇਕਣ ਤੋਂ ਬਾਅਦ ਗਏ ਨੇ, ਉਹਦੇ ਘਰ ਦੇ ਬਾਰੇ ਮੌਰਾਂ ਸੇਕੀਆਂ ਗਈਆਂ ਨੇ ਮੁਲਾਜ਼ਮਾਂ ਦੀਆਂ, ਮਜ਼ਦੂਰਾਂ ਦੀਆਂ। ਉਹ ਇੱਕ ਹਿਸਟਰੀ ਲਿਖੀ ਜਾਊਗੀ, ਉਹ ਵੀ ਇਹਨਾਂ ਦੇ ਖਾਤੇ ਵਿੱਚ, ਵੀ ਮੰਤਰੀ ਸੰਤਰੀ ਕੋਈ ਵੀ ਹੋਵੇ, ਡਜ਼ਨਟ ਮੈਟਰ। ਨਾ ਜੇ ਕਰੋ ਲੰਬੀ ਕੋਈ ਗੱਲ ਨਹੀਂ, ਕਰੋ ਕੋਈ ਲੰਬੀ ਗੱਲ ਨਹੀਂ, ਕੋਈ ਲੰਬੀ ਗੱਲ ਨਹੀਂ। ਸੱਭੇ ਸਾਂਝੀ ਵਾਲਸ ਦਾ ਮੈਂ ਕਿਹਾ ਦੋਨੋਂ, ਮੈਂ ਸਾਰਾ ਟਾਈਮ ਹੀ ਦੇਣ ਨੂੰ ਤਿਆਰ ਆ, 24 ਘੰਟੇ ਦੇਣ ਨੂੰ ਤਿਆਰ ਆ, ਆਪਾਂ ਤੀਜੀ ਗਾਲ ਹੀ ਨਹੀਂ ਲੈਂਦੇ। ਅਕੀਦਾ ਸਾਹਿਬ ਇੱਕ ਮਿੰਟ ਮੈਨੂੰ ਮੇਰੀ ਗੱਲ ਪੂਰੀ ਕਰ ਲੈਣ ਦਿਓ, ਮੇਰੀ ਗੱਲ ਪੂਰੀ ਕਰ ਦਿਓ। ਮੇਰੇ ਪੁਆਇੰਟ ਨੂੰ ਸਮਝਿਓ, ਫਿਰ ਭਾਵੇਂ 2 ਘੰਟੇ ਬੋਲ ਲਿਓ। ਮੇਰਾ ਪੁਆਇੰਟ ਤੁਸੀਂ ਕਿਹਾ ਕਿ ਡੇਰਿਆਂ ਨੇ ਜਿੱਥੇ ਬਰਾਬਰਤਾ ਦਿੱਤੀ, ਠੀਕ ਹੈ, ਚਾਹੇ ਤੁਸੀਂ ਕਿਸੇ ਵੀ ਡੇਰੇ ਦਾ ਨਾਂ ਲਿਆ, ਆਈ ਡੋਂਟ ਗਿਵ ਕੁਛ ਵੀ। ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਗੁਰਦੁਆਰਾ ਸਾਹਿਬ ਤੁਸੀਂ ਚੱਲ ਜਾਓ, ਜਿਹੜੇ ਵੀ ਮੇਨ ਗੁਰਦੁਆਰਾ ਸਾਹਿਬ ਨੇ, ਚਾਹੇ ਤੁਸੀਂ ਅਨੰਦਪੁਰ ਸਾਹਿਬ ਚੱਲ ਜਾਓ, ਚਾਹੇ ਦਰਬਾਰ ਸਾਹਿਬ ਚੱਲ ਜਾਓ, ਸ੍ਰੀ ਤਰਨਤਾਰਨ ਸਾਹਿਬ ਚੱਲ ਜਾਓ, ਸ੍ਰੀ ਗੋਇੰਦਵਾਲ ਸਾਹਿਬ ਚੱਲ ਜਾਓ, ਸ੍ਰੀ ਹਜੂਰ ਸਾਹਿਬ ਚੱਲ ਜਾਓ, ਇੱਥੇ ਸਾਡੇ ਵਿਦੇਸ਼ਾਂ ਦੇ ਵਿੱਚ ਗੁਰਦੁਆਰਾ ਸਾਹਿਬ ਜਿੰਨੇ ਵੀ ਆ, ਕਦੀ ਕਿਸੇ ਨੇ ਜਾਤ ਨਹੀਂ ਪੁੱਛੀ, ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਗੁਰਦੁਆਰੇ ਦੀ ਗੋਲਕ ਦੇ ਵਿੱਚ ਕੀ ਪੈਸਾ ਪਾ ਕੇ ਆਇਆ। ਇਹ ਆ ਗੁਰਦੁਆਰਾ ਸਾਹਿਬ ਸਭ ਪ੍ਰਵਾਨਿਤ। ਜਿਹੜੇ ਡੇਰੇ ਨੇ, ਉਹਨਾਂ ਡੇਰਿਆਂ ਦੇ ਜਿੱਥੇ ਪੁੱਛਿਆ ਜਾਂਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਰੱਖਣ ਦੇ ਹੱਕਦਾਰ ਨਹੀਂ, ਉਹ ਡੇਰੇ ਨੇ। ਤੇ ਉਹ ਡੇਰੇ ਜੀ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਜਾਤ ਪਾਤ ਊਚ ਨੀਚ ਦਾ ਫਰਕ ਪਾਉਂਦੇ ਨੇ, ਤੇ ਲਾਹਨਤ ਭੇਜਦਾ ਮੈਂ। ਹੋਰ ਦੱਸੋ। ਬਟ ਜੇ ਅਸੀਂ ਕਹੀਏ ਕਿ ਇਹਨਾਂ ਡੇਰਿਆਂ ਨੇ ਸ਼ਰਾਬਾਂ ਛਡਾ ਦਿੱਤੀਆਂ, ਤੇ ਜਿਸ ਪੀਤੇ ਮਤ ਦੂਰ ਹੋਏ, ਉਹ ਗੁਰਬਾਣੀ ਵੀ ਕਹਿੰਦੀ ਆ। ਅਸੀਂ ਸਿਰਫ ਇੱਕ ਮਤਲਬ ਕਹਿ ਲਓ ਕਿ ਉਹ ਫਲਾਣਾ ਜਾਂਦਾ ਸੀ, ਮਾਸੀ ਜਾਂਦੀ ਸੀ, ਉੱਥੇ ਜਾ ਕੇ ਤੰਦਰੁਸਤ ਹੋ ਗਈ, ਮਾਸੀ ਸ਼ਾਇਦ ਉੱਦਾਂ ਹੀ ਠੀਕ ਹੋ ਗਈ ਹੋਣੀ ਆ, ਮਾਸੀ ਦੇ ਗਏ ਨਾਲ ਉੱਥੇ ਛੁੱਟੀਆਂ ਕੱਟਣ ਅਸੀਂ ਵੀ ਉੱਧਰ ਨੂੰ ਤੁਰ ਪਏ, ਮਾਮੇ ਦੇ ਨਾਲ ਤੁਰ ਪਏ, ਭੂਆ ਦੇ ਨਾਲ ਤੁਰ ਪਏ, ਉੱਧਰ ਦੀ ਰੀਤ ਹੋ ਗਈ। ਜੋ ਗੱਲ ਕਹਿਣੀ ਆ, ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਚਾਰਕਾਂ ਨੇ ਸਹੀ ਭੂਮਿਕਾ ਨਹੀਂ ਨਿਭਾਈ। ਦੈਟਸ ਇਟ। ਜੇ ਅਸੀਂ ਕਹੀਏ ਕਿ ਡੇਰਿਆਂ ਨੇ, ਜਿਹੜੇ ਡੇਰਿਆਂ ਦੇ ਨਾਂ ਲੈ ਕੇ ਕਿ ਉਹਨਾਂ ਨੇ ਕੋਈ ਜਾਤ ਪਾਤ ਖਤਮ ਕਰਤੀ, ਜਾਤ ਪਾਤ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਖਤਮ ਕੀਤੀ, ਇਸ ਨੂੰ ਮੰਨਣ ਤੋਂ ਇਨਕਾਰੀ ਅਸੀਂ। ਦੈਟਸ ਇਟ। ਤੁਸੀਂ ਹੁਣ ਅਗਲੀ ਗੱਲ ਕਰ ਸਕਦੇ ਹੋ। ਚਲੋ ਸਰ ਸੁਣੋ ਮੇਰੀ ਗੱਲ। ਆਪਾਂ ਤੁਹਾਡੀ ਨਾ ਮੈਂ ਭਾਵਨਾਵਾਂ ਦੀ ਕਦਰ ਕਰਦਾ ਬਹੁਤ ਜ਼ਿਆਦਾ। ਮੈਂ ਵੀ ਤੁਹਾਡੇ ਹੀ ਲੈਵਲ ਦਾ, ਤੁਹਾਡੇ ਹੀ ਵਿਚਾਰਾਂ ਦਾ ਆਦਮੀ ਹਾਂ ਮੈਂ। ਤੇ ਮੈਂ ਆਪਾਂ ਮੇਰੇ ਤੁਹਾਡੇ ਵਿਚਾਰ ਇੱਕੋ ਹੀ ਨੇ, ਕੋਈ ਡਿਫਰੈਂਟ ਨਹੀਂ। ਅਸਲ 'ਚ ਭਾਵਨਾਤਮਕ ਤਰੀਕੇ ਨਾਲ ਅਸੀਂ ਕੁਝ ਗੱਲਾਂ ਕਰ ਲੈਂਦੇ ਹਾਂ। ਜਿਹੜੇ ਨਿਹੰਗ ਸਿੰਘ ਨੇ, ਉਹਨਾਂ ਨੂੰ ਗੁਰੂ ਸਾਹਿਬ ਦੇ ਮੰਨਦੇ ਹੋ? ਮੈਂ ਹਾਂਜੀ, ਕੁਝ ਠੀਕ ਨੇ ਸਾਰੇ। ਜੇ ਹੋਦਾ ਕੋਈ ਗਲਤ ਹੋਵੇ, ਗਲਤ ਵੀ ਹੋ ਸਕਦਾ, ਗਲਤ ਕਵਾਂਗੇ, ਕਹਿੰਦੇ ਵੀ ਆਪਾਂ ਉਹਨਾਂ ਨੂੰ ਗਲਤ। ਨਿਹੰਗ ਸਿੰਘ ਗੁਰੂ ਦੀਆਂ ਫੌਜਾਂ, ਲਾਡਲੀਆਂ ਫੌਜਾਂ। ਹਾਂਜੀ ਬਿਲਕੁਲ। ਅਨੰਦਪੁਰ ਸਾਹਿਬ ਜਾਓ, ਨਿਹੰਗ ਸਿੰਘਾਂ ਦਾ ਗੁਰਦੁਆਰਾ ਸਾਹਿਬ ਹੈਗਾ ਇੱਕ, ਅਨੰਦਪੁਰ ਸਾਹਿਬ, ਜਿੱਥੇ ਕਿ ਖਾਲਸੇ ਦਾ ਜਨਮ ਹੋਇਆ।
ਗੁਰਦੁਆਰਾ ਸਾਹਿਬ ਆ ਉੱਥੇ ਦਲਿਤਾਂ ਨੂੰ ਸ਼ਡਿਊਲਡ ਕਾਸਟ ਦੇ ਬੰਦਿਆਂ ਨੂੰ ਅਲੱਗ ਲਾਈਨਾਂ ਵਿੱਚ ਲੰਗਰ ਛਕਾਇਆ ਜਾਂਦਾ ਅੱਜ ਵੀ ਹੁਣ ਵੀ ਮੌਕਾ ਹੈਗਾ ਉੱਥੇ। ਕੋਈ ਜਾਏ ਬੰਦਾ, ਕੋਈ ਲੋੜ ਨਹੀਂ ਮੈਨੂੰ ਕੋਈ ਕਹਿਣ ਦੀ, ਆਪੇ ਜਾਏ ਬੰਦਾ। ਉਹਨਾਂ ਦੇ ਅੱਡ ਭਾਂਡੇ ਨੇ, ਅੱਡ ਸਿਸਟਮ ਪੁੱਛਿਆ ਜਾਂਦਾ ਉੱਥੇ ਨਾ ਨਿਹੰਗ ਸਿੰਘਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਆਪਾਂ ਗੁਰੂ ਸਾਹਿਬ ਦੀ ਕਿੰਨੀ ਕੁ ਮੰਨ ਲਈ ਆਪਾਂ ਨੇ ਫਿਰ, ਨਾਲੇ ਨਿਹੰਗ ਸਿੰਘਾਂ ਤੋਂ ਵੱਡਾ ਤਾਂ ਕੁਛ ਨਹੀਂ ਹੈਗਾ, ਇਸ ਤੋਂ ਵੱਡਾ। ਚਲੋ ਤੁਸੀਂ ਕਰੋ। ਨੰਬਰ 2 ਮੈਂ ਕੁਲਵੀਰ ਸਿੰਘ ਕੌੜਾ ਦੀ ਕਿਤਾਬ ਦਾ ਜ਼ਿਕਰ ਕਰਦਾ ਇੱਥੇ। ਕੁਲਵੀਰ ਸਿੰਘ ਕੌੜਾ ਦੀ ਕਿਤਾਬ ਆ ਤੇ ਸਿੱਖ ਵੀ ਨਿਕਲਿਆ ਗਿਆ, ਤੇ ਤੁਸੀਂ ਪੜ੍ਹੀ ਹੋਣੀ ਕਿਤਾਬ, ਬੜੀ ਬਿਲਕੁਲ ਪਈ ਆ, ਕਮਾਲ ਦੀ ਕਿਤਾਬ ਆ। ਉਹਦੇ ਵਿੱਚ ਡੇਰੇ ਅਤੇ ਸਿੱਖ ਧਰਮ ਦੇ ਨਵੇਂ ਜਿਹੜੇ ਅਨੁਯਾਈ ਹੈਗੇ ਨੇ ਉਹਨਾਂ ਦੀ ਤੁਲਨਾਤਮਕ ਅਧਿਐਨ ਕੀਤਾ ਹੋਇਆ ਇੱਕ ਕਾਂਡ ਦੇ ਵਿੱਚ। ਤੁਸੀਂ ਉਹ ਪੜ੍ਹਿਓ, ਬੜਾ ਕਮਾਲ ਹੈਗਾ। ਮੈਂ ਕੋਈ ਡੇਰੇ ਦੇ ਪੱਖ 'ਚ ਨਾ ਕਦੇ ਹੋਇਆ ਚਾਵਲਾ ਸਾਹਿਬ, ਨਾ ਮੈਂ ਹੋਊਂਗਾ। ਡੇਰਿਆਂ ਨੂੰ ਕੋਈ ਚੱਕਰ ਨਹੀਂ ਹੈ। ਮੇਰਾ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ, ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਗੁਰੂ ਨੂੰ ਮੰਨਦਾ ਬਹੁਤ, ਮੈਂ ਦਿਲੋਂ, ਮੇਰਾ ਉਹਦੇ ਬਿਨਾਂ ਗੁਜ਼ਾਰਾ ਹੈ ਵੀ ਨਹੀਂਗਾ। ਆਪਾਂ ਸ਼ਬਦ ਗੁਰੂ ਕੇ ਪਾਸੇ ਗੱਲਾਂ ਕਰ ਰਹੇ ਹਾਂ, ਤੇ ਉਹ ਸ਼ਬਦ ਗੁਰੂ, ਤੇ ਉਸ ਨੇ ਕੁਲਵੀਰ ਸਿੰਘ ਕੌੜਾ ਨੇ ਉਸ ਇੱਕ ਕਾਂਡ ਦੇ ਵਿੱਚ ਤੁਲਨਾਤਮਕ ਅਧਿਐਨ ਕੀਤਾ ਹੋਇਆ ਡੇਰਿਆਂ ਅਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਕੱਲ੍ਹ ਦੇ ਰਖਵਾਲਿਆਂ ਦੇ ਉੱਪਰ। ਉਹਨੇ ਇੰਨਾ ਧੌੜੀ ਲਾਈ ਆ, ਇੰਨੀ ਬੇਪਤੀ ਕੀਤੀ ਯਾਰ ਲੋਕਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਧਿਆਈ ਬਣੇ ਹੁੰਦੇ ਆ, ਅਖੌਤੀ ਮੈਂ ਕਿਹਾ ਸ਼ੋਅ ਕਾਰਡ। ਉਹ ਕਹਿੰਦਾ ਵੀ ਬਹੁਤ ਵਧੀਆ ਨੇ ਬਿਆਸ ਬੂਸ ਸਾਡੇ ਦੇ, ਕਹਿੰਦੇ ਹਰ ਗੱਲ ਦਾ ਸੰਭਾਲਦੇ ਆ। ਉਹ ਕਹਿੰਦੇ ਬੰਦੇ ਨੂੰ ਬਰਾਬਰਤਾ ਦਿੰਦੇ ਆ। ਇੰਨਾ ਕਹਿੰਦੇ ਇੱਕ ਤਾਂ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਨ ਲੱਗੇ ਨੇ, ਪਤਾ ਲੱਗ ਜਾਣਾ ਨਹੀਂ ਪਤਾ ਕਿਹੜੀ ਕਾਸਟ ਦਾ ਹੈਗਾ, ਉਹਦਾ ਨਜ਼ਰੀਆ ਬਦਲ ਜਾਂਦਾ। ਕਹਿੰਦੇ ਇੰਨੀ ਖਤਰਨਾਕ ਤਰੀਕੇ ਨਾਲ ਲਿਖਿਆ ਬੰਦਾ। ਚਲੋ ਮੈਂ ਤਾਂ ਉਹ ਕਿਤਾਬ ਦੀ ਜ਼ਿਕਰ ਕਰਕੇ ਤੈਨੂੰ ਗੱਲ ਕਰ ਰਿਹਾ। ਅੱਛਾ, ਇਹ ਤੁਹਾਡੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਤੇ ਮੇਰੀਆਂ ਭਾਵਨਾਵਾਂ ਇਕੱਠੀਆਂ, ਆਪਣੇ 'ਚ ਕੋਈ ਫਰਕ ਨਹੀਂ ਹੈਗਾ। ਤੇ ਸਿਰਫ ਏਦਾਂ ਹੁੰਦਾ ਕਿ ਕਈ ਵਾਰੀ ਕਿਸੇ ਗੱਲ ਤੇ ਆਪਣੀ ਗੱਲ ਨਹੀਂ ਤੁਸੀਂ ਬਿਲਕੁਲ ਤੁਸੀਂ ਦੱਸਿਆ। ਵੇਖੋ ਤੁਸੀਂ ਜੇ ਦੱਸਿਆ ਤੇ ਉਹਦੇ ਵਿੱਚ ਲੋਕਾਂ ਦੀ ਜਾਗਰਤੀ ਵੀ ਵਧੀ, ਸਾਡੀ ਵੀ ਵਧੀ, ਪਰ ਕਈਆਂ ਥਾਵਾਂ ਤੇ ਇਹ ਹੁੰਦਾ ਤੇ ਉਹਨਾਂ ਨੂੰ ਅਸੀਂ ਨੰਗਿਆਂ ਕਰਕੇ ਲਾਂਤਾਂ ਭੇਜ ਚੁੱਕੇ ਹਾਂ। ਠੀਕ ਹੈ। ਇਹ ਜਿਹੜੇ ਨੇ ਨਾ ਇਹ ਜਿਹੜੇ ਲੋਕ ਨੇ, ਇਹ ਗੁਰੂ ਦੇ ਨੀਂਗੇ ਸਿੱਖ। ਜੇ ਇਸ ਤਰ੍ਹਾਂ ਦਾ ਕੋਈ ਕਰਦਾ, ਗੁਰੂ ਨਾਨਕ ਦੇ ਅਨੁਯਾਈ ਨਹੀਂ ਹੈ, ਉਹ ਗੁਰੂ ਕਲਗੀਧਰ ਪਿਤਾ ਦੀ ਲਾਡਲੀ ਫੌਜ ਨਹੀਂ ਆ ਜੀ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੀ 22 ਧਾਰ ਦੇ ਰਾਜਾਂ ਦੇ ਨਾਲ ਉਹਨਾਂ ਨੂੰ ਇਹ ਸਮਝ ਪੈ ਜੇ ਲੜਾਈ ਕਾਹਦੀ ਸੀਗੀ, ਕਾਹਦੀ ਲੜਾਈ ਸੀਗੀ। ਜਿਹੜੇ 5 ਪਿਆਰੇ ਨੇ ਉਹਨਾਂ ਦੇ ਵਿੱਚ ਦੱਸੋ ਮੈਨੂੰ ਕੌਣ ਕੌਣ ਆ, ਕਿਹੜੀਆਂ ਜਾਤਾਂ ਦੇ ਬੰਦੇ ਨੇ, ਇਹਨਾਂ ਨੂੰ ਪੁੱਛੋ, ਸਵਾਲ ਹੈ ਇਹਨਾਂ ਕੋ। ਇਹਨਾਂ ਨੂੰ ਹੰਕਾਰ ਦੇ ਚੌਧਰੀਆਂ ਨੂੰ ਪੁੱਛੋ। ਇੱਥੇ ਮੇਰੇ ਇੱਕ ਦਾ ਵੀਰ ਦਾ ਫੋਨ ਆਇਆ ਸੀ, ਕਹਿੰਦੇ ਥੋੜਾ ਜਿਹਾ ਬਖਸ਼ ਦਿਆ ਕਰੋ। ਮੈਂ ਕਿਹਾ ਜੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ, ਸਾਰਿਆਂ ਨੂੰ ਤਾਂ ਇਹ ਕਹਿੰਦੇ ਹੀ ਨਹੀਂ ਨਾ, ਸਾਰਿਆਂ ਨੂੰ ਤਾਂ ਅਸੀਂ ਕਦੀ ਵੀ ਨਹੀਂ ਕਿਹਾ ਵੀ ਮਾੜੇ ਨੇ। ਕੁਝ ਡੇਰਿਆਂ ਦੇ ਵਿੱਚ ਚੰਗਾ ਵੀ ਹੁੰਦਾ ਹੋਊਗਾ, ਕੁਝ ਡੇਰਿਆਂ ਦੇ ਵਿੱਚ ਮਤਲਬ ਬਹੁਤ ਕਰਮ ਵੀ ਹੁੰਦੇ ਨੇ, ਬਹੁਤ ਮਾੜਾ ਕੁਝ। ਕਿੰਨੇ ਡੇਰੇ ਨੇ ਮੇਰੇ ਕੋਲ, ਸਭਰਾਵਾਂ ਸਾਹਿਬ ਦੀ ਕਿਤਾਬ 5 ਐਡੀਸ਼ਨ ਨੇ ਪਏ ਉਹਨਾਂ ਦੇ ਮੇਰੇ ਕੋਲ। ਕੁਲਬੀਰ ਸਿੰਘ ਕੌੜਾ ਹੋਣਾ ਦੀ ਕਿਤਾਬ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੀ ਉਹਦਾ ਫੋਟੋ ਕੀ ਹੈ। ਸਿੱਖ ਅਜਗਰ ਨੇ ਮੂੰਹ 'ਚ ਪਾਇਆ ਹੋਇਆ, ਅੱਧਾ ਨਿਕਲਿਆ ਹੋਇਆ, ਅੱਧਾ ਬਾਹਰ ਆ। ਮੈਂ ਵੀ ਪੜ੍ਹੀ ਆ ਕਿਤਾਬ, ਉਹ ਮੇਰੇ ਕੋਲ ਲਾਇਬ੍ਰੇਰੀ 'ਚ ਸਾਹਮਣੇ ਪਈ ਆ। ਪਰ ਮੇਰਾ ਕਹਿਣ ਤੋਂ ਭਾਵ ਆ ਕਿ ਜਿਹੜੇ ਵੱਡੇ ਗੁਰਦੁਆਰਾ ਸਾਹਿਬ ਨੇ, ਤੁਸੀਂ ਦਰਬਾਰ ਸਾਹਿਬ ਚੱਲ ਜਾਓ, ਤੁਸੀਂ ਸ੍ਰੀ ਤਰਨਤਾਰਨ ਚੱਲ ਜਾਓ, ਸਿੱਖੀ ਦਾ ਧੁਰਾ ਗੋਇੰਦਵਾਲ ਚੱਲ ਜਾਓ, ਖਡੂਰ ਸਾਹਿਬ ਚੱਲ ਜਾਓ, ਜਾਂ ਦੇਸ਼ਾਂ ਵਿਦੇਸ਼ਾਂ ਦੇ 'ਚ। ਇੱਥੇ ਮੈਂ ਤਾਂ ਵੇਖਿਆ ਨਹੀਂ, ਜਦੋਂ ਮੈਨੂੰ ਪਤਾ ਲੱਗਾ ਮੈਂ ਤਾਂ ਛਿੱਲ ਵੀ ਲਾਊਂਗਾ, ਪੂਰੀ ਰਗੜ ਕੇ ਰੱਖੂੰਗਾ ਵੀ ਕੀ ਤੁਸੀਂ ਸਿੱਖੀ ਦੇ ਅਨੁਯਾਈ ਹੋ। ਪਰ ਜੇ ਕੋਈ ਇਸ ਤਰ੍ਹਾਂ ਦਾ ਬਾਣਾ ਪਾ ਕੇ ਤੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਕਹਿੰਦਾ ਕਿ ਮੈਂ ਲਾਡਲੀ ਫੌਜ ਹਾਂ, ਤੇ ਉਹ ਕੋਈ ਲਾਡਲੀ ਫੌਜ ਨਹੀਂ, ਉਹ ਵਿਗੜੀ ਹੋਈ ਫੌਜ ਹੋ ਸਕਦੀ ਹੈ ਜੇ ਉੱਥੇ ਜਾਤ ਪਾਤ ਨੂੰ ਉਹ ਖਿਆਲ ਰੱਖ ਕੇ ਪ੍ਰਸ਼ਾਦਾ ਛਕਾਉਂਦੇ ਨੇ। ਫਿਰ ਉਹ ਗੁਰੂ ਦੇ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਸਿੱਖ ਨਹੀਂ ਆ, ਉਹ ਕਿਸੇ ਹੋਰ ਦੇ ਸਾਜੇ ਹੋਏ ਤੇ ਬਹਿਰੂਪੀ ਹੋ ਸਕਦੇ। ਹੋਰ ਦੱਸੋ। ਸਾਡੀ ਤੇ ਸਪਸ਼ਟ ਤੇ ਕਲੀਅਰ ਗੱਲ ਇਹੀ ਰਹਿੰਦੀ ਆ। ਬਿਲਕੁਲ ਇਹੀ ਕਾਰਨ ਹੈ ਕਿ ਸਾਨੂੰ ਮਤਲਬ ਕਈ ਵਾਰੀ ਸਾਨੂੰ ਮੁਸ਼ਕਲਾਵਾਂ ਦੇ ਵਿੱਚੋਂ ਵੀ ਲੰਘਣਾ ਪੈਂਦਾ। ਐਡਵਰਟਾਈਜ਼ਮੈਂਟ ਜਿਹੋ ਜਿਹਾਂ ਦੇ ਇੱਕ ਦੇ ਪੱਲੇ ਫਾਟੋ। ਇੱਥੇ ਡੇਰੇ ਦਾ, ਜਿਹੜੀ ਤੁਸੀਂ ਡੇਰੇ ਦੀ ਗੱਲ ਕੀਤੀ ਹੈ, ਇੱਥੇ ਡੇਰਿਆਂ ਨਾਲ ਜੁੜੇ ਹੋਏ ਜਿਹੜੇ ਨੇ ਉਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ, ਤੇ ਐਡਵਰਟਾਈਜ਼ਮੈਂਟ ਐਵੇਂ ਜਿਵੇਂ ਮਾੜੇ ਆਸ਼ਕ ਨੂੰ ਛਿੱਤਰ ਪਏ ਹੁੰਦੇ ਆ। ਸੋ ਜੁੜ ਕੇ ਬੈਠੋ ਤੁਸੀਂ, ਤੁਹਾਨੂੰ ਐਡਾਂ ਮਿਲ ਜਾਣੀਆਂ ਨੇ। ਇੱਕ ਦਾ ਪੱਖ ਪੂਰੀ। ਚਲੋ ਤੁਸੀਂ ਬੜੀ ਵਧੀਆ ਗੱਲ ਕੀਤੀ ਜੀ, ਡੇਰਿਆਂ ਨੇ ਤਾਂ ਕਮਾਲ ਕਰਤੀ ਆ। ਗੁਰਦੁਆਰੇ ਸਾਹਿਬ ਜਿਹੜੇ ਨੇ ਉਹ ਤਾਂ ਜਾਤ ਪਾਤ ਵਧਾ ਰਹੇ ਨੇ, ਤੇ ਡੇਰੇ ਜਿਹੜੇ ਨੇ ਉਭਾਰ ਰਹੇ ਨੇ। 50 ਡੇਰਿਆਂ ਵਾਲੇ ਦੇ ਫੋਨ ਆ ਜਾਣੇ, ਆ ਜਾਓ ਚਾਵਲਾ ਜੀ ਐਡਵਰਟਾਈਜ਼ਮੈਂਟ ਲਓ। ਬੜੀ ਵਧੀਆ ਗੱਲ ਕੀਤੀ ਹੈ। ਵਾਪਸ ਆ ਜਾਣਾ ਪੰਜਾਬ। ਅੱਜੂ ਜੀ ਫੇਰ ਸ਼ਾਇਦ ਤੁਹਾਨੂੰ ਬਾਹਰ ਲੈ ਜਾਣ ਪੰਜਾਬ 'ਚੋਂ। ਕਹਿੰਦੇ ਅਮਰਿੰਦਰ ਮਿਲੇ ਹੋਏ ਨੇ ਭਾਜਪਾ ਦੇ ਨਾਲ। ਅਮਰਿੰਦਰ ਨੇ ਵੀ ਕੋਈ ਮੋੜਵਾਂ ਜਵਾਬ ਦਿੱਤਾ ਜਾਪਦਾ। ਹਾਂਜੀ, ਉਹ ਤਾਂ ਉਹੀ ਗੱਲ ਹੈਗਾ ਨਾ। ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਗਟ ਸਿੰਘ ਨੇ ਕਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਮਿਲੇ ਹੋਏ ਨੇ,
ਉਹਨਾਂ ਨੇ ਤਾਂ ਕਈ ਗੱਲਾਂ ਕੀਤੀਆਂ ਨੇ ਕੈਪਟਨ ਦੇ ਖਿਲਾਫ। ਪ੍ਰਗਟ ਸਿੰਘ ਨੇ, ਚਾਵਲਾ ਸਾਹਿਬ, ਉਹਨਾਂ ਤਾਂ ਇਹ ਵੀ ਕਿਹਾ ਕਿ ਜਿਹੜਾ BSF ਨੂੰ ਵੱਧ ਅਧਿਕਾਰ ਦਿੱਤੇ ਗਏ ਆ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਮਿਹਰਬਾਨੀ ਹੈ। ਪਹਿਲਾਂ 10 ਦਿਨ ਸਾਡੀ ਝੋਨੇ ਦੀ ਖਰੀਦ ਲੇਟ ਕਰਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਰੋਲ ਨਿਭਾਇਆ। ਬੜਾ ਮਾੜੀ ਗੱਲ ਆ ਕਿ ਕੈਪਟਨ ਅਮਰਿੰਦਰ ਸਾਡੇ ਵੱਡੀ ਉਮਰ ਦੇ ਲੀਡਰ ਹੈਗੇ ਆ, ਵੱਡੇ ਲੀਡਰ ਹੈਗੇ ਆ, ਉਹਨਾਂ ਨੂੰ ਪੰਜਾਬ ਦੇ ਪੱਖ ਵਿੱਚ ਕੰਮ ਕਰਨਾ ਚਾਹੀਦਾ, ਨਾ ਕਿ ਪੰਜਾਬ ਦੇ ਖਿਲਾਫ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਆ, ਬੜੀ ਦੁੱਖ ਦੀ ਗੱਲ ਹੈਗੀ ਆ। ਭਗਤ ਸਿੰਘ ਨੇ ਕਿਹਾ ਕਿ ਸਪਸ਼ਟ ਗੱਲ ਕਿ ਭਾਜਪਾ ਦੇ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ, ਬੜਾ ਵੱਡੀ ਸ਼ਬਦ ਹੈ ਜਵਾਬ, ਪੰਜਾਬ ਨੂੰ ਬਰਬਾਦ ਕਰਨਾ, ਪੰਜਾਬ ਨੂੰ ਬਰਬਾਦ ਕਰ ਰਹੇ ਨੇ ਭਾਜਪਾ ਦੇ ਨਾਲ ਮਿਲ ਕੇ, ਭਾਜਪਾ ਦੇ ਨਾਲ ਮਿਲੇ ਹੋਏ ਨੇ ਚਾਵਲਾ ਸਾਹਿਬ। ਕੈਪਟਨ ਅਮਰਿੰਦਰ ਸਿੰਘ ਇਹੀ ਕਿਹਾ ਪ੍ਰਗਟ ਸਿੰਘ ਨੇ। ਦੋਸਤੋ ਧੰਨਵਾਦ। ਟੈਕਸ ਆਇਆ ਕਿ ਬੜੀ ਵਧੀਆ ਗੱਲ ਰਹੀ ਹੈ ਤੁਹਾਡੀ ਆਪਣੇ ਪੱਤਰਕਾਰ ਦੇ ਨਾਲ। ਗੱਲ ਉਹੀ ਆ ਗਈ, ਜਿਹੜੇ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਆ, ਜਦੋਂ ਉਹਨਾਂ ਦੇ ਵਿੱਚ ਚੱਲਣ ਸ਼ੁਰੂ ਹੋਇਆ ਤੇ ਸਾਨੂੰ ਸਭ ਤੋਂ ਜ਼ਿਆਦਾ ਉਸ ਵਕਤ ਦੁੱਖ ਹੋਵੇਗਾ। ਪਰ ਜਿਹੜੇ ਇੰਡੀਵਿਜੂਅਲ ਤੌਰ ਤੇ ਤੁਸੀਂ ਜਿਨ੍ਹਾਂ ਨਿਹੰਗ ਸਿੰਘਾਂ ਦੀ ਗੱਲ ਕੀਤੀ ਕਿ ਅਨੰਦਪੁਰ ਸਾਹਿਬ ਜਾਓ ਤਾਂ ਉੱਥੇ ਇਹ ਚੱਲਦਾ, ਉਹਨਾਂ ਦਾ ਆਪਣਾ ਇੰਡੀਵਿਜੂਅਲ ਗੁਰਦੁਆਰਾ ਸਾਹਿਬ ਹੋ ਸਕਦਾ, ਪਰ ਦਾਇਰਾ ਅਨੰਦਪੁਰ ਸਾਹਿਬ ਦਾ। ਤੇ ਫਿਰ ਸ਼ਰਮ ਆਉਂਦੀ ਹੈ ਕਿ ਜਿਸ ਬਾਪੂ ਗੁਰੂ ਕਲਗੀਆਂ ਵਾਲੇ ਨੇ ਆਪਣਾ ਸਾਰਾ ਸਰਬੰਸ ਇਨਸਾਨੀਅਤ ਵਾਸਤੇ ਪਹਿਲੀ ਜੋਤ ਦੇ ਪੂਰਨਿਆਂ ਨੂੰ ਪੂਰੇ ਕਰਦਿਆਂ ਹੋਇਆ ਵਾਰ ਦਿੱਤਾ, ਤੇ ਅਸੀਂ ਉੱਥੇ ਕੰਮ ਕਰਦੇ ਹਾਂ ਤੇ ਅਸੀਂ ਫਿਰ ਗੁਰੂ ਦੀਆਂ ਲਾਡਲੀਆਂ ਫੌਜਾਂ ਖਵਾਉਂਦੇ ਹੱਕਦਾਰ ਹਾਂ। ਇਹ ਸੋਚਣਾ ਪਵੇਗਾ। ਜਦੋਂ ਖੰਡੇ ਬਾਟੇ ਦੀ ਪਹੁਲ ਬਾਪੂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਪਹਿਲੇ 5 ਪਿਆਰਿਆਂ ਨੂੰ ਦਿੱਤੀ ਹੈ, ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ, ਊਚ ਨੀਚ ਨਹੀਂ ਹੈ, ਉਹਦੇ ਵਿੱਚ ਕੌਣ ਕੌਣ ਨੇ ਇਹ ਸਭੇ ਝਾਤ ਮਾਰੋ ਤੇ ਫਿਰ ਇਹ ਦੁਈ ਦੁਆਤ ਖਤਮ। ਠੀਕ ਹੈ ਨਾ। ਇਹ ਗੱਲ ਮੇਰੇ ਵੀਰ ਨੇ ਕਿਹਾ ਕਿ ਉਹਨਾਂ ਦਾ ਇੰਡੀਵਿਜੂਅਲ ਹੋ ਸਕਦਾ। ਖੈਰ, ਜਦੋਂ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕਿਤੇ ਸਾਨੂੰ ਇਹੋ ਜਿਹਾ ਚੱਲਣ ਮਿਲਦਾ ਤੇ ਸਮਝ ਲਓ ਫਿਰ ਸਿੱਖ ਵੀ ਨਿਕਲਿਆ ਗਿਆ, ਸਿੱਖ ਨਿਕਲਿਆ ਗਿਆ ਲਿਖਣਾ ਪਊਗਾ ਸਾਨੂੰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।